ਹੈਲੋ ਦੋਸਤੋ, ਵੈਲਕਮ ਆ ਤੁਹਾਡੇ ਆਪਣੇ ਚੈਨਲ ਪ੍ਰੀਤ ਐਜੂਕੇਸ਼ਨ ਤੇ। ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ। ਅੱਜ ਆਪਾਂ ਜਿਹੜਾ ਟੌਪਿਕ ਕਰਨਾ ਉਹ ਇੰਡੀਅਨ ਪੋਲਿਟੀ ਦਾ। ਤਾਂ ਇਹਦੇ ਵਿੱਚੋਂ ਆਪਾਂ MCQ ਕਰਾਂਗੇ ਔਰ ਉਹ ਆਪਣਾ ਟੌਪਿਕ ਰਹਿਣ ਵਾਲਾ ਪਾਰਲੀਮੈਂਟ ਦੇ ਬਾਰੇ। ਤਾਂ ਇਹਦੇ 'ਚ ਆਪਾਂ MCQ ਦੀ ਰਿਵੀਜ਼ਨ ਕਰਨੀ ਆ, ਤਾਂ ਉਹਦੇ ਵਿੱਚੋਂ ਜਿਹੜੇ ਉਹਦੇ ਫੈਕਟ ਹੋਣਗੇ ਉਹ ਆਪਾਂ ਤੁਹਾਨੂੰ ਕਰਵਾਵਾਂਗੇ। ਤਾਂ ਬਿਨਾਂ ਕਿਸੇ ਦੇਰੀ ਤੋਂ ਆਪਣੀ ਜਿਹੜਾ ਅੱਜ ਆਪਣਾ ਟੌਪਿਕ ਆ ਸਟਾਰਟ ਕਰਦੇ ਹਾਂ। ਦੇਖੋ ਤੁਹਾਡੇ ਸਾਹਮਣੇ ਕੁਐਸਚਨ ਆ, ਦ ਸਪੀਕਰ ਆਫ ਦਾ ਲੋਕ ਸਭਾ ਮੇਕਸ ਯੂਜ਼, ਮਤਲਬ ਕਿ ਇਹਦੇ 'ਚ ਕੀ ਪੁੱਛਿਆ ਉਹਨਾਂ ਨੇ, ਕਾਸਟਿੰਗ ਬੋਰਡ ਦੇ ਬਾਰੇ ਗੱਲ ਕੀਤੀ ਹੈ ਔਰ ਨਾਲ ਲਿਖਿਆ ਓਨਲੀ। ਸ਼ਬਦ ਧਿਆਨ ਦੇ ਨਾਲ ਤੁਸੀਂ ਦੇਖਣਾ। ਦ ਸਪੀਕਰ ਆਫ ਲੋਕ ਸਭਾ ਮੇਕਸ ਯੂਜ਼ ਆਫ ਹਿਸ ਕਾਸਟਿੰਗ ਵੋਟ। ਤਾਂ ਕਾਸਟਿੰਗ ਵੋਟ ਕਿਹੜੀ ਹੁੰਦੀ ਆ? ਦੇਖੋ, ਇੱਕ ਹੁੰਦੀ ਆ ਨਾਰਮਲ ਵੋਟ, ਪਰ ਕਾਸਟਿੰਗ ਵੋਟ ਦਾ ਮਤਲਬ ਹੁੰਦਾ ਜਿਵੇਂ ਕਿ ਕਿਸੇ ਚੀਜ਼ ਦੇ ਫੇਵਰ ਦੇ ਵਿੱਚ ਮੰਨ ਲਓ 20 ਵੋਟਾਂ ਪੈ ਗਈਆਂ, ਪਰ ਉਹਦੇ ਅਗੇਂਸਟ ਦੇ ਵਿੱਚ ਵੀ 20 ਵੋਟਾਂ ਨੇ, ਪਰ ਇਹ ਮੁੱਦਾ ਜਿਹੜਾ ਇੱਥੇ ਟਾਈ ਹੋ ਗਿਆ। ਤਾਂ ਹੁਣ ਜਿਹੜੀ ਵੋਟ ਇੱਥੇ ਪਊਗੀ ਉਹ ਪਊਗੀ ਸਪੀਕਰ ਦੀ। ਤਾਂ ਇਹਨੂੰ ਕਹਿੰਦੇ ਆ ਕਾਸਟਿੰਗ ਵੋਟ। ਮਤਲਬ ਕਿ ਜਦੋਂ ਕੋਈ ਚੀਜ਼ ਟਾਈ ਹੋ ਜਾਂਦੀ ਆ ਤਾਂ ਉਸ ਤੋਂ ਬਾਅਦ ਜਿਹੜੀ ਵੋਟ ਪੈਂਦੀ ਆ ਉਹਨੂੰ ਕਹਿੰਦੇ ਆ ਕਾਸਟਿੰਗ ਵੋਟ। ਤਾਂ ਇਹਦੀ ਜਿਹੜੀ ਕਰੈਕਟ ਆਪਸ਼ਨ ਆ ਉਹ ਅਸੀਂ ਮਤਲਬ ਕਿ ਗਵਰਨਮੈਂਟ ਨੂੰ ਬਚਾਉਣ ਦੇ ਲਈ, ਜਾਂ ਫਿਰ ਕੌਨਸਟੀਟਿਊਸ਼ਨਲ ਅਮੈਂਡਮੈਂਟ ਆ ਇਹਦੇ ਲਈ, ਜਾਂ ਫਿਰ ਐਮਰਜੈਂਸੀ ਆ ਇਹਦੇ ਕੇਸ ਦੇ ਵਿੱਚ। ਤਾਂ ਆਪਾਂ ਇਹਦੇ 'ਚ ਆਪਸ਼ਨ ਦੇਖਣੀ ਸੀ, ਇਹਦੀ ਡੀ ਆਨਸਰ ਇਹਦਾ ਸਹੀ ਆਨਸਰ ਆ। ਇਨ ਕੇਸ ਆਫ ਅ ਟਾਈ ਵੈਨ ਵੋਟਸ ਆਰ ਇਕੁਅਲੀ ਡਿਵਾਈਡਡ। ਦੇਖੋ, ਜਦੋਂ ਆਪਣੇ ਕੋਲੇ ਇਕੁਅਲੀ ਡਿਵਾਈਡਡ ਵੋਟਾਂ ਹੋ ਜਾਂਦੀਆਂ ਤਾਂ ਫਿਰ ਫਿਰ ਇਸ ਤੋਂ ਬਾਅਦ ਜਦੋਂ ਸਪੀਕਰ ਆਪਦੀ ਵੋਟ ਪਾਉਂਦਾ ਉਹਨੂੰ ਕਿਹੜੀ ਵੋਟ ਕਹਿੰਦੇ ਅਸੀਂ? ਕਾਸਟਿੰਗ ਵੋਟ ਕਹਿੰਦੇ ਆ। ਤਾਂ ਤੁਸੀਂ ਇਹਦੇ 'ਚੋਂ ਵੀ ਧਿਆਨ ਰੱਖਣਾ ਵੀ ਜਿਹੜਾ ਕੌਨਸਟੀਟਿਊਸ਼ਨ ਆਪਣਾ ਉਹ ਪ੍ਰੋਵਾਈਡ ਕਰਦਾ ਪ੍ਰੋਸੀਜਰ ਫॉर ਵੋਟਿੰਗ ਇਨ ਦਾ ਹਾਊਸ। ਤਾਂ ਜਿਹੜਾ ਇਹਦੇ 'ਚ ਪ੍ਰੋਸੀਜਰ ਆ ਵੋਟਿੰਗ ਦਾ, ਠੀਕ ਆ, ਜਿਹੜਾ ਇਹਦੇ 'ਚ ਪ੍ਰੋਸੀਜਰ ਆ ਵੋਟਿੰਗ ਦਾ, ਤਾਂ ਉਹ ਆਪਣਾ ਕੌਨਸਟੀਟਿਊਸ਼ਨ ਪ੍ਰੋਵਾਈਡ ਕਰਦਾ ਕਿਹੜੇ ਆਰਟੀਕਲ ਦੇ ਨਾਲ? ਇਹਦੇ 'ਚ ਆਉਂਦਾ ਆਰਟੀਕਲ 100 ਦਾ ਸਬ ਕਲੌਜ਼ 1। ਇਹ ਤੁਸੀਂ ਪੁਆਇੰਟ ਆ ਜਿਹੜਾ ਧਿਆਨ ਦੇ ਵਿੱਚ ਰੱਖਣਾ ਸੀ, ਔਰ ਜਿਹੜੀ ਕਾਸਟਿੰਗ ਵੋਟ ਆ ਉਹ ਤੁਹਾਨੂੰ ਪਤਾ ਲੱਗ ਗਈ। ਕਲੀਅਰ ਆ? ਤਾਂ ਅੱਗੇ ਦੇਖੋ, ਕੰਸੀਡਰ ਦਾ ਫੋਲੋਇੰਗ ਸਟੇਟਮੈਂਟ। ਤਾਂ ਹੁਣ ਸਟੇਟਮੈਂਟ ਵਾਲੇ ਕੁਐਸਚਨ ਨੇ ਉਹ ਤੁਸੀਂ ਥੋੜ੍ਹੇ ਜਿਹੇ ਧਿਆਨ ਨਾਲ ਕਰਨੇ ਹੁੰਦੇ ਆ। ਕਿਉਂਕਿ UPSC PPSC ਤੁਹਾਨੂੰ ਇਹੋ ਜਿਹੇ ਜਿਹੜੇ ਕੁਐਸਚਨ ਨੇ ਉਹੀ ਫਰੇਮ ਕਰਦੀ ਆ ਤੁਹਾਡੇ ਲਈ। ਤਾਂ ਹੁਣ ਜਿਹੜਾ ਕੁਐਸਚਨ ਆ ਇਹ UPSC ਨੇ IAS 2018 ਦੀ ਜਿਹੜੀ ਪ੍ਰੀਖਿਆ ਹੋਈ ਸੀ ਪ੍ਰੀਲਿਮਸ ਦੀ, ਉਹਦੇ ਵਿੱਚ ਕੁਐਸਚਨ ਆਇਆ ਹੋਇਆ, ਆਲਰੇਡੀ ਪੁੱਛਿਆ ਹੋਇਆ ਕੁਐਸਚਨ ਉਹਨੇ। ਤਾਂ ਇਹਦੇ 'ਚ ਦੇਖੋ ਦੋ ਸਟੇਟਮੈਂਟ ਨੇ ਤੁਹਾਡੇ ਕੋਲ। ਤਾਂ ਇਹਨਾਂ ਦੇ ਵਿੱਚੋਂ ਇਹਨਾਂ ਨੇ ਪੁੱਛਿਆ ਕੀ ਆ ਵੀ ਇਹਦੇ ਵਿੱਚੋਂ ਕਰੈਕਟ ਕੀ ਆ। ਤਾਂ ਇਹਦੇ 'ਚੋਂ ਆਪਾਂ ਕੀ ਦੱਸਣਾ ਵੀ ਕਿਹੜੀ ਸਟੇਟਮੈਂਟ ਆ ਜਿਹੜੀ ਇਹਦੇ 'ਚੋਂ ਕਰੈਕਟ ਆ। ਦ ਸਪੀਕਰ ਆਫ ਦ ਲੈਜਿਸਲੇਟਿਵ ਅਸੈਂਬਲੀ ਸ਼ੈਲ ਵਕੇਟ, ਮਤਲਬ ਕਿ ਉਰੇ ਵੂਮਨ ਜਾਂ ਮੇਲ ਫੀਮੇਲ ਕੁਛ ਵੀ ਹੋਵੇ, ਆਫਿਸ ਇਫ ਸੀਜ਼ ਟੂ ਬੀ ਅ ਮੈਂਬਰ ਆਫ ਅਸੈਂਬਲੀ, ਪਹਿਲੀ ਆਪਸ਼ਨ। ਦੂਸਰੀ, ਵੈਨ ਐਵਰ ਦ ਲੈਜਿਸਲੇਟਿਵ ਅਸੈਂਬਲੀ ਇਜ਼ ਡਿਜ਼ੋਲਵਡ ਦ ਸਪੀਕਰ ਸ਼ੈਲ ਵਕੇਟ ਦਾ ਮਤਲਬ ਹੁੰਦਾ ਖਾਲੀ, ਦਫ਼ਤਰ ਉਹਦਾ ਖਾਲੀ ਹੋਣਾ, ਆਫਿਸ ਇਮੀਡੀਏਟਲੀ। ਤਾਂ ਹੁਣ ਇਹਦੇ 'ਚੋਂ ਦੋ ਸਟੇਟਮੈਂਟ ਨੇ, ਤੁਸੀਂ ਇਹਨਾਂ ਦੇ ਵਿੱਚੋਂ ਦੱਸਣਾ ਸੀਗਾ ਵੀ ਇਹਨਾਂ ਦੇ ਵਿੱਚੋਂ ਜਿਹੜਾ ਸਹੀ ਸਟੇਟਮੈਂਟ ਆ ਉਹ ਕਿਹੜੀ ਆ। ਤਾਂ ਹੁਣ ਤੁਸੀਂ ਦੋਨੋਂ ਸਟੇਟਮੈਂਟ ਨੂੰ ਧਿਆਨ ਦੇ ਨਾਲ ਪੜ੍ਹਨਾ ਅਤੇ ਦੈਨ ਫਿਰ ਤੁਸੀਂ ਇਹਦਾ ਜਿਹੜਾ ਜਵਾਬ ਆ ਉਹ ਦੇਣਾਗਾ ਵੀ ਇਹਨਾਂ ਦੇ ਵਿੱਚੋਂ ਸਹੀ ਸਟੇਟਮੈਂਟ ਆ ਜਿਹੜੀ ਉਹ ਕਿਹੜੀ ਆ। ਤਾਂ ਇਹਦੇ ਵਿੱਚ ਇਹਦਾ ਆਨਸਰ ਆ ਸਿਰਫ A ਆ, ਜਿਹੜੀ ਪਹਿਲੀ ਆਪਸ਼ਨ ਉਹ ਕਰੈਕਟ ਆ, ਦੂਸਰੀ ਖਾਲੀ ਆ, ਗਲਤ ਆ। ਕਿਉਂਕਿ ਜਦੋਂ ਵੀ ਸਰਕਾਰ ਡਿੱਗਦੀ ਆ ਤਾਂ ਸਪੀਕਰ ਜਿਹੜਾ ਪਹਿਲਾਂ ਵਾਲਾ ਹੁੰਦਾ ਤਾਂ ਉਹ ਮਤਲਬ ਕਿ ਅਗਲੇ ਸਪੀਕਰ ਤੱਕ ਉਹਨਾਂ ਚਿਰ ਦਫ਼ਤਰ ਦੇ ਵਿੱਚ ਕੰਮਕਾਰ ਕਰਦਾ ਗਾ। ਸੋ ਦੂਸਰੀ ਆਪਸ਼ਨ ਇਹਦੀ ਗਲਤ ਆ, ਪਹਿਲੀ ਆਪਸ਼ਨ ਜਮਾਂ ਸਹੀ ਆ, ਔਰ UPSC 2018 ਦੇ ਵਿੱਚ ਆਇਆ ਵਾ ਕੁਐਸਚਨ ਸੀਗਾ। ਤਾਂ ਬਾਕੀ ਦੇਖੋ, ਇਹਦੇ 'ਚ ਆਪਣਾ ਜਿਹੜਾ ਉਹਦਾ ਦਫ਼ਤਰ ਆ, ਆਫਿਸ ਆ, ਉਹ ਖਾਲੀ ਹੁੰਦਾ। ਮਤਲਬ ਕਿ ਕਿਵੇਂ ਤਿੰਨ ਕੇਸ ਹੁੰਦੇ ਆ, ਜਾਂ ਤਾਂ ਫਿਰ ਉਹਦੀ ਜਿਹੜੀ ਮੈਂਬਰਸ਼ਿਪ ਆ ਅਸੈਂਬਲੀ ਦੀ ਉਹ ਸੀਜ਼ ਹੋ ਜੇ, ਠੀਕ ਆ, ਮੈਂਬਰ ਹੋਣ ਦੇ ਨਾਲ ਹੀ ਉਹ ਸੀਜ਼ ਹੋ ਜੇ, ਜਾਂ ਫਿਰ ਉਹ ਰਿਜ਼ਾਈਨ ਦੇ ਦੇ। ਓਕੇ, ਆਪਾਂ ਅੱਗੇ ਕੁਐਸਚਨ ਵੀ ਕਰਨਾ, ਜਾਂ ਫਿਰ ਇਹ ਕੀ ਕਰਦੇ, ਰਿਜ਼ਾਈਨ ਦੇ ਦੇ ਆਪਦੀ ਪੋਸਟ ਤੋਂ। ਤਾਂ ਹੁਣ ਅੱਗੇ ਆਪਾਂ ਕੁਐਸਚਨ ਦੇ ਵਿੱਚ ਦੇਖਾਂਗੇ ਵੀ ਰਿਜ਼ਾਈਨ ਇਹ ਕਿਹਨੂੰ ਦਿੰਦਾ, ਠੀਕ ਆ, ਜਾਂ ਫਿਰ ਰਿਮੂਵਡ ਬਾਏ ਅ ਰੈਜੂਲੇਸ਼ਨ ਪਾਸਡ ਬਾਏ ਅ ਮੈਜੋਰਟੀ, ਜਾਂ ਫਿਰ ਮੈਜੋਰਟੀ ਨਾਲ ਉਹਨੂੰ ਪਾਸ ਕਰਕੇ ਵੀ ਹਟਾਇਆ ਜਾ ਸਕਦਾ। ਤਾਂ ਇਹ ਤੁਸੀਂ ਪੁਆਇੰਟ ਨੇ ਜਿਹੜੇ ਧਿਆਨ ਦੇ ਵਿੱਚ ਰੱਖਣੇ ਸੀ। ਓਕੇ, ਤਾਂ ਹੁਣ ਇੱਕ ਇਹਦੇ 'ਚ ਆਰਟੀਕਲ ਤੁਸੀਂ ਧਿਆਨ ਦੇ ਵਿੱਚ ਰੱਖਣਾ, ਆਰਟੀਕਲ 179 ਆਪਣੇ ਕੌਨਸਟੀਟਿਊਸ਼ਨ ਦਾ ਆਰਟੀਕਲ ਆ, ਅਤੇ ਇਹ ਡੀਲ ਕਰਦਾ ਵੋਕੇਸ਼ਨ, ਰੈਜਿਗਨੇਸ਼ਨ ਐਂਡ ਰਿਮੂਵਲ ਆਫ ਦਾ ਸਪੀਕਰ ਐਂਡ ਡਿਪਟੀ ਸਪੀਕਰ ਆਫ ਐਨ ਅਸੈਂਬਲੀ। ਅਕੋਰਡਿੰਗ ਟੂ ਆਰਟੀਕਲ 179 ਵੀ, whenever the assembly is dissolved, the speaker shall not vacate his office until immediately before the first meeting of the assembly after the dissolution। ਤਾਂ ਇਹ ਆਪਾਂ ਦੇਖੋ ਗੱਲ ਕਰ ਰਹੇ ਹਾਂ, ਪਾਰਲੀਮੈਂਟ ਵਾਲਾ ਨਹੀਂ ਹੈਗਾ, ਸਟੇਟ ਦੀ ਗੱਲ ਚੱਲ ਰਹੀ ਹੈ। ਤਾਂ ਆਰਟੀਕਲ 179 ਇਹਦੇ ਨਾਲ ਡੀਲ ਕਰਦਾ। ਆਹ ਤੁਸੀਂ ਧਿਆਨ ਦੇ ਵਿੱਚ ਪੁਆਇੰਟ ਰੱਖਣਾ ਸੀ। ਤੀਸਰਾ ਕੁਐਸਚਨ ਦੇਖੋ, ਹੂ ਵਾਜ਼ ਦਾ ਫਸਟ ਸਪੀਕਰ ਆਫ ਦਾ ਲੋਕ ਸਭਾ। ਤਾਂ ਹੁਣ ਇਹ ਕੁਐਸਚਨ ਮੈਂ ਤੁਹਾਨੂੰ ਪਹਿਲਾਂ ਵੀ ਜਦੋਂ ਪਾਰਲੀਮੈਂਟ ਕਰਵਾਈ ਸੀ ਮੈਂ ਤੁਹਾਨੂੰ ਉਦੋਂ ਵੀ ਦੱਸਿਆ ਹੋਇਆ, ਕੁਐਸਚਨ ਇਹ ਆਲਰੇਡੀ ਕਰਵਾਇਆ ਹੋਇਆ। ਤਾਂ ਇਹਦੇ 'ਚੋਂ ਤੁਸੀਂ ਦੇਖਣਾ ਸੀ ਵੀ ਫਸਟ ਸਪੀਕਰ ਆਫ ਦਾ ਲੋਕ ਸਭਾ ਕੌਣ ਆ।
ਤਾਂ ਇਹਦਾ ਆਨਸਰ ਆ ਜਿਹੜਾ ਉਹ ਹੈਗਾ ਸੀ ਮਾਵਲੰਕਰ। ਤਾਂ ਇਹਦੇ ਚੋਂ ਏ ਆਪਸ਼ਨ ਆ ਜਿਹੜੀ ਉਹ ਬਿਲਕੁਲ ਕਰੈਕਟ ਆਨਸਰ ਆ, ਔਰ ਇਹਦਾ ਟਾਈਮ ਪੀਰੀਅਡ ਸੀ 1952 ਤੋਂ ਲੈ ਕੇ 56 ਤੱਕ। ਤਾਂ ਤੁਸੀਂ ਦੇਖਿਓ ਜਦੋਂ ਆਪਾਂ ਕਹਿੰਦੇ ਆ ਵੀ ਪਹਿਲੀਆਂ ਇਲੈਕਸ਼ਨਾਂ 1951 ਤੇ ਨਾਲ ਆਪਾਂ 52 ਲਿਖਦੇ ਹਾਂ, ਕਿਉਂਕਿ ਇਹ 1951 ਦੇ ਵਿੱਚੋਂ ਸਟਾਰਟ ਹੋ ਕੇ 52 ਤੱਕ ਗਈਆਂ ਸੀਗੀਆਂ। ਤਾਂ ਫਿਰ ਜਿਹੜੇ ਵੀ ਇਹ ਦੋ ਟਰਮ ਸਟਾਰਟ ਹੋਈ ਆ ਉਹ ਆਪਣੀ 1952 ਤੋਂ ਸ਼ੁਰੂ ਹੋਈ ਆ, ਤੇ ਇਹਦਾ ਵੀ ਜਿਹੜਾ ਟਾਈਮ ਸ਼ੁਰੂ ਹੋਇਆ ਸੀ 1952 ਤੋਂ ਲੈ ਕੇ ਹੋਇਆ ਸੀਗਾ। ਔਰ ਹੁਣ ਆਪਣੇ ਕਰੰਟ ਕੌਣ ਨੇ ਸਪੀਕਰ, ਹੁਣ ਕਰੰਟਲੀ ਸਪੀਕਰ ਆਪਣੇ ਲੋਕ ਸਭਾ ਦੇ ਕੌਣ ਨੇ, ਔਰ ਆਪਣੇ ਇਹ ਤੁਸੀਂ ਕਮੈਂਟ ਕਰਕੇ ਦੱਸਣਾ। ਅਗਲਾ ਕੁਐਸਚਨ ਦੇਖੋ, ਦ ਸਪੀਕਰ ਆਫ ਦ ਲੋਕ ਸਭਾ ਐਡਰੈਸ ਹਿਜ਼ ਲੈਟਰ ਆਫ ਰੈਜਿਗਨੇਸ਼ਨ। ਮਤਲਬ ਕਹਿਣ ਤੋਂ ਭਾਵ ਕੀ ਆ ਵੀ ਜਦੋਂ ਸਪੀਕਰ ਨੇ ਆਪਣਾ ਅਸਤੀਫਾ ਦੇਣਾ ਹੋਵੇ, ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਵੀ ਕਿਹੜੀਆਂ ਕਿਹੜੀਆਂ ਕੰਡੀਸ਼ਨ ਦੇ ਵਿੱਚ ਆ ਜਿਹੜਾ ਉਹ ਆਪਦਾ ਅਸਤੀਫਾ ਗਾ ਉਹ ਲਿਖ ਸਕਦੇ ਆ। ਤਾਂ ਇਹਦੇ ਚੋਂ ਆਪਸ਼ਨਾਂ ਨੇ ਤੁਹਾਡੇ ਕੋਲੇ, ਤਾਂ ਇਹਦੇ ਚੋਂ ਤੁਸੀਂ ਦੱਸਣਾ ਵੀ ਉਹ ਆਪਦਾ ਅਸਤੀਫਾ ਜਿਹੜਾ ਉਹ ਕਿਹਨੂੰ ਲਿਖਦੇ ਆ, ਪ੍ਰਾਈਮ ਮਿਨਿਸਟਰ ਨੂੰ, ਪ੍ਰੈਜ਼ੀਡੈਂਟ ਨੂੰ, ਜਾਂ ਫਿਰ ਡਿਪਟੀ ਸਪੀਕਰ ਨੂੰ, ਜਾਂ ਫਿਰ ਵਾਈਸ ਪ੍ਰੈਜ਼ੀਡੈਂਟ ਨੂੰ। ਦੇਖੋ ਪ੍ਰੈਜ਼ੀਡੈਂਟ ਵਾਲਾ ਤਾਂ ਕੰਸੈਪਟ ਇੱਥੇ ਹੈ ਨਹੀਂ, ਪੀਐਮ ਵਾਲਾ ਕੰਸੈਪਟ ਵੀ ਹੈ ਨਹੀਂ, ਤਾਂ ਬਚਿਆ ਡਿਪਟੀ ਸਪੀਕਰ। ਤਾਂ ਇਹਨੇ ਜਦੋਂ ਆਪਦਾ ਅਸਤੀਫਾ ਲਿਖਣਾ ਹੁੰਦਾ ਤਾਂ ਕਿਹਨੂੰ ਲਿਖਣਾ ਹੁੰਦਾ, ਇਹ ਆਪਦਾ ਅਸਤੀਫਾ ਲਿਖਦੇ ਆ ਡਿਪਟੀ ਸਪੀਕਰ ਨੂੰ। ਤਾਂ ਜਿਹੜਾ ਵੀ ਸਪੀਕਰ ਆ ਉਹ ਕਿਸੇ ਵੀ ਟਾਈਮ ਤੇ ਆਪਦਾ ਜਿਹੜਾ ਅਸਤੀਫਾ ਹੈਗਾ ਉਹ ਡਿਪਟੀ ਸਪੀਕਰ ਨੂੰ ਲਿਖ ਕੇ ਰਿਜ਼ਾਈਨ ਦੇ ਸਕਦਾ ਆਪਦੇ ਆਫਿਸ ਤੋਂ। ਓਕੇ, ਤਾਂ ਇਹ ਪ੍ਰੋਵੀਜ਼ਨ ਹੈਗਾ ਆਪਣੇ ਆਰਟੀਕਲ 94। ਆ ਤੁਸੀਂ ਇਹਦੇ ਨਾਲ ਨੋਟ ਕਰ ਲਿਓ, ਠੀਕ ਆ। ਜਿਹੜਾ ਇਹਦੇ 'ਚ ਡੀਲ ਕਰਦਾ ਉਹ ਜਿਵੇਂ ਆਪਾਂ ਪਹਿਲਾਂ ਦੇਖਿਆ ਸੀ ਅਸੈਂਬਲੀ ਵਾਲਾ, ਉਹਦੇ 'ਚ 179 ਦੇ ਵਿੱਚ ਆਉਂਦਾ, ਠੀਕ ਆ। ਆਰਟੀਕਲ ਸਟੇਟ ਵਾਲਾ ਆਰਟੀਕਲ 179 ਦੇ ਵਿੱਚ ਚੱਲਦਾ, ਪਰ ਜਿਹੜਾ ਆਪਣਾ ਪਾਰਲੀਮੈਂਟ ਦਾ ਉਹਦੇ 'ਚ ਆਪਣਾ ਆਰਟੀਕਲ 94 ਆ। ਤਾਂ ਇਹਦੇ ਨਾਲ ਇਹ ਡੀਲ ਕਰਦਾ ਵਕੇਸ਼ਨ ਰੈਜ਼ਿਗਨੇਸ਼ਨ ਰਿਮੂਵਲ ਆਫ ਦਾ ਸਪੀਕਰ ਆਫ ਐਂਡ ਦਾ ਡਿਪਟੀ ਸਪੀਕਰ, ਦੋਨਾਂ ਦੇ ਲਈ, ਚਾਹੇ ਤਾਂ ਸਪੀਕਰ ਆ ਚਾਹੇ ਡਿਪਟੀ ਸਪੀਕਰ ਆ, ਦੋਨਾਂ ਦੇ ਲਈ ਆਰਟੀਕਲ 94 ਆ ਜਿਹੜਾ ਉਹ ਡੀਲ ਕਰਦਾ। ਓਕੇ, ਤਾਂ ਇਹ ਤੁਸੀਂ ਧਿਆਨ ਦੇ ਵਿੱਚ ਪੁਆਇੰਟ ਆ ਜਿਹੜਾ ਰੱਖਣਾ ਸੀ। ਸਪੀਕਰ ਆਫ ਦਾ ਲੋਕ ਸਭਾ ਇਜ਼ ਇਲੈਕਟਡ ਬਾਏ, ਤਾਂ ਹੁਣ ਇਹਦੇ 'ਚ ਆਪਾਂ ਦੇਖਣਾ ਵੀ ਜਿਹੜਾ ਸਪੀਕਰ ਆ ਲੋਕ ਸਭਾ ਦਾ ਤਾਂ ਉਹ ਇਲੈਕਟਡ ਬਾਏ। ਤਾਂ ਹੁਣ ਤੁਹਾਨੂੰ ਇੱਥੋਂ ਤਾਂ ਪਤਾ ਲੱਗ ਗਿਆ ਵੀ ਇਹ ਇਲੈਕਟਡ ਆ, ਚੁਣਿਆ ਜਾਂਦਾ, ਠੀਕ ਆ। ਇਲੈਕਟ ਕਰਦੇ ਆ ਬਾਏ all member of parliament public directly all member of ਲੋਕ ਸਭਾ the member of parties in majority। ਤਾਂ ਹੁਣ ਜਿਹੜਾ ਇਹਦੇ 'ਚੋਂ ਤੁਹਾਡੇ ਕੋਲੇ ਕੁਐਸਚਨ ਆ ਨਾ, ਸਪੀਕਰ ਆਫ ਦਾ ਲੋਕ ਸਭਾ ਚੂਜ਼ਨ ਬਾਏ all the member of the ਲੋਕ ਸਭਾ, ਤਾਂ ਮਤਲਬ ਕਿ ਜਿਹੜੇ ਵੀ ਲੋਕ ਸਭਾ ਦੇ ਮੈਂਬਰ ਹੁੰਦੇ ਆ ਸਾਰੇ ਇਹਨਾਂ ਦੇ ਦੁਆਰਾ ਆਪ ਚੁਣਿਆ ਜਾਂਦਾ। ਪਬਲਿਕ ਡਾਇਰੈਕਟਲੀ ਚੁਣਦੀ ਆ ਨਹੀਂ, ਕਿਉਂਕਿ ਤੁਸੀਂ ਕਦੇ ਵੀ ਹੁਣ ਜਿਵੇਂ ਕਿ ਓਮ ਬਿਰਲਾ ਸੀਗੇ ਪਹਿਲਾਂ, ਠੀਕ ਆ, ਆਪਣੇ ਇੱਕ ਓਮ ਬਿਰਲਾ ਸਪੀਕਰ ਸੀ ਜਾਂ ਜਿਹੜੇ ਆਪਾਂ ਪਹਿਲਾਂ ਗੱਲ ਕਰਕੇ ਹਟੇ ਆ, ਤਾਂ ਕੀ ਤੁਸੀਂ ਲੋਕਾਂ ਨੇ ਆਪ ਖੁਦ ਵੋਟ ਪਾ ਕੇ ਇਹਨਾਂ ਨੂੰ ਚੂਜ਼ ਕੀਤਾ ਵੀ ਹਾਂ ਇਹ ਸਾਡੇ ਸਪੀਕਰ ਹੋਣੇ ਚਾਹੀਦੇ ਆ? ਨਹੀਂ, ਕਿਉਂਕਿ ਇਹ ਤੋਂ ਬਾਅਦ ਦੇ ਵਿੱਚ ਜਿਹੜੇ ਉੱਥੇ ਲੋਕ ਸਭਾ ਦੇ ਮੈਂਬਰ ਹੁੰਦੇ ਆ, ਇੱਕ ਗੱਲ ਧਿਆਨ 'ਚ ਰੱਖਿਓ, ਸਪੀਕਰ ਹਮੇਸ਼ਾ ਲੋਕ ਸਭਾ 'ਚ ਹੁੰਦੇ ਆ, ਰਾਜ ਸਭਾ ਦੇ ਵਿੱਚ ਕੀ ਹੁੰਦਾ, ਚੇਅਰਮੈਨ ਜਾਂ ਚੇਅਰਪਰਸਨ, ਠੀਕ ਆ। ਤਾਂ ਰਾਜ ਸਭਾ ਦੇ ਚੇਅਰਮੈਨ ਜਾਂ ਚੇਅਰਪਰਸਨ ਹੁੰਦੇ ਨੇ, ਔਰ ਉਹ ਆਪਣੇ ਵਾਈਸ ਪ੍ਰੈਜ਼ੀਡੈਂਟ ਹੁੰਦੇ ਆ। ਓਕੇ, ਤਾਂ ਇਹ ਤੁਸੀਂ ਪੁਆਇੰਟ ਧਿਆਨ ਦੇ ਵਿੱਚ ਰੱਖਣਾ ਸੀ। ਅੱਗੇ ਦੇਖੋ, the state wise allocation of seats in Lok Sabha is based on the 1971 census। census ਹੁੰਦੀ ਆ ਗਣਨਾ, ਜਨਗਣਨਾ ਹੁੰਦੀ ਆ ਜਿਹੜੀ 10 ਸਾਲ ਬਾਅਦ ਕਰਦੇ ਆ ਆਪਾਂ। state wise allocation of seats in Lok Sabha is based on 1971 ਦੀ ਜਨਗਣਨਾ ਦੇ ਬੇਸ ਤੇ ਆ। up to which year does this remain inact, ਮਤਲਬ ਕਿ ਕਦੋਂ ਤੱਕ ਇਹਨਾਂ ਨੇ ਕਿਹਾ ਵੀ ਆਪਾਂ ਇਹਨੂੰ ਸੇਮ ਰੱਖਣਾਗਾ। ਓਕੇ, ਤਾਂ ਇਹਦੇ 'ਚ ਦੇਖੋ 2031 ਗਲਤ ਆਪਸ਼ਨ ਆ, 2021 ਇਹ ਵੀ ਨਹੀਂ ਹੈਗੀ, 2011 ਇਹ ਲੰਘ ਚੁੱਕੀ ਆ। ਤਾਂ ਇਹਦਾ ਜਿਹੜਾ ਕਰੈਕਟ ਆਪਸ਼ਨ ਆ ਉਹ ਹੈਗੀ ਆ 2026। ਤਾਂ ਆ ਤੁਸੀਂ ਪੁਆਇੰਟ ਆ ਜਿਹੜਾ ਇਹ ਧਿਆਨ ਦੇ ਵਿੱਚ ਰੱਖਣਾ ਸੀ। ਓਕੇ, ਤਾਂ ਅਗਲਾ ਕੁਐਸਚਨ ਦੇਖੋ, ਦ ਟਰਮ ਆਫ ਦਾ ਲੋਕ ਸਭਾ। ਹੁਣ ਜਿਹੜੀ ਲੋਕ ਸਭਾ ਦੀ ਟਰਮ ਆ ਕੈਨ ਨਾਟ ਬੀ ਐਕਸਟੈਂਡਡ ਅੰਡਰ ਐਨੀ ਸਰਕਮਸਟੈਂਸਿਸ। ਆ ਹੁੰਦੇ ਨੇ ਮੌਕੇ ਵੀ ਕੀ ਇਹ ਕਦੇ ਵੀ ਵਧਾਈ ਜਾ ਸਕਦੀ ਆ ਜਾਂ ਨਹੀਂ ਵਧਾਈ ਜਾ ਸਕਦੀ। ਕੈਨ ਬੀ ਐਕਸਟੈਂਡਡ ਬਾਈ 6 months ਐਟ ਅ ਟਾਈਮ, ਇੱਕ ਸਮੇਂ ਤੇ 6 ਮਹੀਨਿਆਂ ਲਈ ਵਧਾਈ ਜਾ ਸਕਦੀ ਆ। ਔਰ ਇੱਕ ਆਪਣਾ 1 ਸਾਲ ਦੇ ਲਈ ਐਟ ਅ ਟਾਈਮ ਵਧਾਈ ਜਾ ਸਕਦੀ ਆ ਜਦੋਂ ਕਿ ਐਮਰਜੈਂਸੀ ਆ, ਔਰ ਵਧਾਈ ਜਾ ਸਕਦੀ ਹੈ 2 year ਐਟ ਅ ਟਾਈਮ ਡਿਊਰਿੰਗ ਦ ਐਮਰਜੈਂਸੀ। ਦੇਖੋ ਆਹ ਦੋਨੋਂ ਚੀਜ਼ਾਂ ਐਮਰਜੈਂਸੀ ਨਾਲ ਡੀਲ ਕਰਦੀਆਂ ਨੇ। ਆਹ 6 ਮਹੀਨਿਆਂ ਲਈ ਇਹਨੂੰ ਛੱਡੋ, ਕੈਨ ਨਾਟ ਬੀ ਐਕਸਟੈਂਡਡ ਅੰਡਰ ਵਧਾਈ ਜਾ ਸਕਦੀ ਹੈ, ਇਹਦੇ 'ਚ ਇਹਨਾਂ ਨੇ ਕਹਿਤਾ ਵੀ ਮਤਲਬ ਕਿ ਕਿਸੇ ਵੀ ਸਟਾਂਸਿਸ ਦੇ ਮੌਕੇ 'ਤੇ ਵਧਾਈ ਨਹੀਂ ਜਾ ਸਕਦੀ। ਦੋ ਆਪਸ਼ਨ ਐਲੀਮੀਨੇਟ ਹੋ ਗਈਆਂ। ਕੈਨ ਬੀ ਐਕਸਟੈਂਡਡ ਫॉर 2 years, ਦੇਖੋ ਵਧਾਈ ਜਾ ਸਕਦੀ ਹੈ ਐਮਰਜੈਂਸੀ ਦੇ ਦੌਰਾਨ, ਪਰ ਇੱਕ ਟਾਈਮ ਤੇ 2 ਸਾਲ ਲਈ ਵਧਾਈ ਜਾ ਜਾਵੇ ਇਹ ਨਹੀਂ ਹੈਗਾ ਆਪਣੇ। ਤਾਂ ਇਹਦੇ ਲਈ ਸੀ ਆਪਸ਼ਨ ਆ ਜਿਹੜੀ ਉਹ ਕਰੈਕਟ ਆਨਸਰ ਹੈ ਇਹਦਾ। ਓਕੇ, ਤਾਂ ਮਤਲਬ
ਐਕਸਟੈਂਡ ਕੀਤੀ ਜਾ ਸਕਦੀ ਆ ਕਦੋਂ? 1 ਸਾਲ ਦੇ ਲਈ ਆਪਾਂ ਇਹਨੂੰ ਵਧਾ ਸਕਦੇ ਹਾਂ। ਓਕੇ, ਇੱਕ ਟਾਈਮ ਤੇ 1 ਸਾਲ ਦੇ ਲਈ ਵਧਾਈ ਜਾ ਸਕਦੀ ਹੈ ਜਦੋਂ ਕੀ ਹੋਵੇ, ਐਮਰਜੈਂਸੀ ਹੋਵੇ। ਤਾਂ ਇਹਦੇ 'ਚ ਆਰਟੀਕਲ ਕਿਹੜਾ ਡੀਲ ਕਰਦਾ? ਆਰਟੀਕਲ 83 ਦਾ 2। ਓਕੇ, ਤਾਂ ਇਹਦੇ ਨਾਲ ਆਪਣਾ ਕਰਦੇ ਆ ਅੱਗੇ। ਦੇਖੋ, ਵਟ ਇਜ਼ ਦਾ ਫਿਕਸ ਨੰਬਰ ਆਫ ਮੈਂਬਰ ਆਫ ਲੋਕ ਸਭਾ। ਤਾਂ ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਸੀ। ਵਟ ਇਜ਼ ਦਾ ਫਿਕਸ ਨੰਬਰ ਆਫ ਮੈਂਬਰ ਆਫ ਲੋਕ ਸਭਾ। ਤਾਂ ਤਕਰੀਬਨ ਤਾਂ ਇਹਦੇ 'ਚ ਕਿੰਨੀ ਹੈ? 545। ਤਾਂ ਤੁਸੀਂ ਇਹਨੂੰ ਧਿਆਨ ਦੇ ਵਿੱਚ ਰੱਖਣਾ ਸੀ। ਹੁਣ ਦੇਖੋ, ਅਕੋਰਡਿੰਗ ਟੂ ਆਰਟੀਕਲ 81, ਆਪਣਾ ਜਿਹੜਾ ਸੰਵਿਧਾਨ ਆ ਉਹ ਕਹਿੰਦਾ ਵੀ ਜਿਹੜੀਆਂ ਮੈਕਸੀਮਮ ਨੰਬਰ ਆਫ ਮੈਂਬਰਸ ਇਨ ਲੋਕ ਸਭਾ ਤਾਂ ਕਿੰਨੇ ਆ? ਮਤਲਬ ਕਿ ਆਪਾਂ ਕਹਿੰਦੇ 550 ਜਾਂ 52 ਕਿ ਠੀਕ ਆ। ਤਾਂ ਇਹਦੇ ਵਿੱਚੋਂ ਜਿਹੜੇ 530 ਨੇ ਇੱਕ ਪਾਸੇ ਔਰ ਦੂਸਰੇ ਪਾਸੇ ਬੀ, ਜਿਹੜੇ 530 ਨੇ ਇਹ ਆਉਣਗੇ ਸਟੇਟਸ ਦੇ ਵਿੱਚੋਂ ਤੇ ਆਹ ਵਾਲੇ ਆਉਣਗੇ ਯੂਟੀ ਦੇ ਵਿੱਚੋਂ। ਤੇ ਆਹ ਤੁਹਾਨੂੰ ਇੱਥੋਂ ਤੱਕ ਪੁਆਇੰਟ ਆ ਜਿਹੜੇ ਕਲੀਅਰ ਨੇ। ਤੇ ਬਾਕੀ ਇਹਦੇ ਚੋਂ ਐਂਗਲੋ ਇੰਡੀਅਨ ਵਾਲਾ ਕੰਸੈਪਟ ਸੀ ਜਿਹੜਾ ਉਹ ਹੁਣ ਆਪਣੇ ਨਹੀਂ ਰਿਹਾ। ਤਾਂ ਹੁਣ 9ਵਾਂ ਕੁਐਸਚਨ ਦੇਖੋ ਤੁਸੀਂ, ਇਹ ਵੀ 2018 ਦਾ ਕੁਐਸਚਨ ਆਇਆ ਹੋਇਆ, UPSC ਦਾ ਪੁੱਛਿਆ ਹੋਇਆ ਕੁਐਸਚਨ ਆ। ਓਕੇ, ਤਾਂ ਇਹੋ ਜਿਹੇ ਕੁਐਸਚਨ ਨੇ ਵੀ ਜਿਨ੍ਹਾਂ ਦੇ ਵਿੱਚੋਂ ਆਪਾਂ ਕੋਈ ਚੀਜ਼ ਮਤਲਬ ਕਿ ਅੱਗੇ ਕਰ ਸਕਦੇ ਹੁੰਦੇ ਆ, ਕਿਉਂਕਿ 2018 ਦੇ ਇੱਕ ਸੈਕਿੰਡ ਕੁਐਸਚਨ ਸੀਗਾ ਜਿਹੜਾ, ਤੇ ਉਹ ਵੀ ਆਪਣਾ 2018 ਦੇ UPSC ਦੇ ਪੇਪਰ ਦੇ ਵਿੱਚ ਆਇਆ ਹੋਇਆ ਸੀ। ਔਰ ਜਿਹੜਾ ਆਪਾਂ ਹੁਣ ਕੁਐਸਚਨ ਕਰ ਰਹੇ ਹਾਂ 9ਵਾਂ, ਇਹ ਵੀ 2018 ਦੇ ਪੇਪਰ ਦੇ ਵਿੱਚ ਆਇਆ ਹੋਇਆ ਕੁਐਸਚਨ ਆ। ਤਾਂ ਇਹਨੂੰ ਤੁਸੀਂ, ਇਹਦੀਆਂ ਸਟੇਟਮੈਂਟ ਨੇ ਤੁਹਾਡੇ ਕੋਲ 3, ਤਾਂ ਤੁਸੀਂ ਤਿੰਨੋਂ ਸਟੇਟਮੈਂਟ ਨੂੰ ਧਿਆਨ ਨਾਲ ਦੇਖਣਾ ਤੇ ਫਿਰ ਇਹਨਾਂ ਦੇ ਵਿੱਚੋਂ ਆਪਾਂ ਦੇਖਣਾ ਵੀ ਇਹਨਾਂ ਨੇ ਕੀ ਪੁੱਛਿਆ। ਤਾਂ ਪਹਿਲੀ ਗੱਲ ਧਿਆਨ 'ਚ ਰੱਖਣੀ ਆ ਵੀ ਇਹਨਾਂ ਨੇ ਕੀ ਆਪਸ਼ਨ ਪੁੱਛੀ ਆਪਾਂ ਤੋਂ, ਵੀ ਇਹ 'ਚੋਂ ਕਰੈਕਟ ਕਿਹੜਾ। ਇਸ ਤੋਂ ਬਾਅਦ ਆਪਾਂ ਆਪਸ਼ਨਾਂ ਦੇਖਣੀਆਂ। ਹੁਣ ਦੇਖੋ, ਫਸਟ ਲੋਕ ਸਭਾ ਜਦੋਂ ਮਤਲਬ ਪਹਿਲੀ ਵਾਰ ਸਰਕਾਰ ਬਣੀ ਆ, ਉਹ ਆਪਾਂ ਕਿਹਾ ਸੀ 1952 ਵਾਲੀ, ਜਦੋਂ ਆਪਾਂ ਪਹਿਲਾਂ ਸਪੀਕਰ ਦੀ ਗੱਲ ਕਰੀ ਆ। ਦਾ ਸਿੰਗਲ ਲਾਰਜੈਸਟ ਪਾਰਟੀ ਇਨ ਦਾ ਓਪੋਜੀਸ਼ਨ ਵਾਜ ਦਾ ਸੁਤੰਤਰ ਪਾਰਟੀ। ਦੇਖੋ, ਹੁਣ ਇਹ ਕੁਐਸਚਨ ਦੇ ਵਿੱਚ ਇੱਕ ਤਾਂ ਆਪਾਂ ਓਪੋਜੀਸ਼ਨ ਕਲੀਅਰ ਕਰਨੀ ਆ। ਦੂਸਰਾ ਦੇਖੋ, ਇਨ ਦਾ ਲੋਕ ਸਭਾ ਲੀਡਰ ਆਫ ਓਪੋਜੀਸ਼ਨ ਵਾਜ ਰਿਕੋਗਨਾਈਜ਼ਡ ਫॉर ਦਾ ਫਸਟ ਟਾਈਮ 1969। 1969 ਦੇ ਵਿੱਚ ਪਹਿਲੀ ਵਾਰ ਇਹ ਰਿਕੋਗਨਾਈਜ਼ ਕੀਤਾ ਗਿਆ ਸੀਗਾ ਲੀਡਰ ਆਫ ਦਾ ਓਪੋਜੀਸ਼ਨ। In the Lok Sabha, if a party does not have the minimum of 75 members, its leader cannot be recognized as the leader of the opposition। ਹੁਣ ਦੇਖੋ, ਤੁਹਾਡੇ ਕੋਲ 3 ਸਟੇਟਮੈਂਟ ਬਣ ਗਈਆਂ। ਤਾਂ ਇਹਦੇ 'ਚ ਉਹਨਾਂ ਨੇ ਪੁੱਛਿਆ ਵੀ ਇਹਦੇ 'ਚੋਂ ਜਿਹੜੀ ਕਰੈਕਟ ਆਪਸ਼ਨ ਆ ਉਹ ਕਿਹੜੀ ਆ। ਤਾਂ ਹੁਣ ਇਹਦੇ 'ਚ ਦੇਖੋ, ਫਸਟ ਲੋਕ ਸਭਾ ਸਿੰਗਲ ਲਾਰਜੈਸਟ ਪਾਰਟੀ, ਜਦੋਂ ਪਹਿਲੀ ਵਾਰੀ ਇਲੈਕਸ਼ਨਾਂ ਹੋਈਆਂ ਸੀ ਤਾਂ ਇਹ ਹੋਈਆਂ ਸੀ 499 ਸੀਟਾਂ 'ਤੇ। ਓਕੇ, 499 ਸੀਟਾਂ ਦੇ ਵਿੱਚੋਂ ਹੋਈਆਂ, ਤਾਂ ਉਦੋਂ ਸਭ ਤੋਂ ਵੱਡੀ ਪਾਰਟੀ ਸੀ INC, ਯਾਨੀ ਕਿ ਇੰਡੀਅਨ ਨੈਸ਼ਨਲ ਕਾਂਗਰਸ। ਤਾਂ ਇਹਦੇ ਵਿੱਚੋਂ 364 ਸੀਟਾਂ ਤਾਂ ਇਹ ਡਾਇਰੈਕਟਲੀ ਜਿੱਤ ਗਈ। ਠੀਕ ਆ, ਇਹਦੇ ਵਿੱਚੋਂ ਇਲੈਕਸ਼ਨਾਂ ਕੰਡਕਟ ਹੋਈਆਂ ਸੀਗੀਆਂ 499 ਸੀਟਾਂ ਤੇ ਇੰਡੀਅਨ ਨੈਸ਼ਨਲ ਕਾਂਗਰਸ 364 ਸੀਟਾਂ ਜਿੱਤ ਗਈ। ਤੇ ਇਹ ਇੱਕ ਸਿੰਗਲ ਲਾਰਜੈਸਟ ਪਾਰਟੀ ਇੰਨੀਆਂ ਸੀਟਾਂ ਲੈ ਕੇ ਆਪਣਾ ਸਿੰਗਲ ਲਾਰਜੈਸਟ ਪਾਰਟੀ ਬਣ ਗਈ ਸੀ। ਠੀਕ ਆ, ਤਾਂ ਆਹ ਤਾਂ ਤੁਹਾਨੂੰ ਕਲੀਅਰ ਹੋ ਗਿਆ ਵੀ ਪਹਿਲੀ ਵਾਰ ਸਿੰਗਲ ਲਾਰਜੈਸਟ ਪਾਰਟੀ ਕਿਹੜੀ ਸੀ। ਇਹ ਤੋਂ ਬਾਅਦ ਦੇਖੋ, ਜਿਹੜੀ ਕਮਿਊਨਿਸਟ ਪਾਰਟੀ ਸੀ ਉਹਨੇ 16 ਸੀਟਾਂ ਲਈਆਂ ਤੇ ਉਹ ਦੂਸਰੇ ਨੰਬਰ ਤੇ ਸੀ। ਇਸ ਤੋਂ ਬਾਅਦ ਦੇਖੋ, ਇਹ ਵੀ ਜਮਾ ਪੁਆਇੰਟ ਸਹੀ ਆ, ਇਟ ਵਾਜ਼ ਆ ਮਤਲਬ ਕਿ ਸੁਤੰਤਰ ਪਾਰਟੀ ਸੀ, ਇਹ ਗਲਤ ਆ। ਤਾਂ ਜਿਹ 'ਚ ਪਹਿਲੀ ਆਪਸ਼ਨ ਆ ਉਹਨੂੰ ਕੱਟ ਦਿਓ। ਤਾਂ ਡੀ ਦੇ ਵਿੱਚ ਪਹਿਲੀ ਆਪਸ਼ਨ ਇਹ ਵੀ ਗਈ, ਪਹਿਲੀ ਦੇ ਵਿੱਚ ਪਹਿਲੀ ਆਪਸ਼ਨ ਆ ਤਾਂ ਇਹ ਵੀ ਗਈ। ਹੁਣ ਆਪਾਂ 2 ਤੇ 3 ਨੂੰ ਚੈੱਕ ਕਰਨਾ। ਇਨ ਦਾ ਲੋਕ ਸਭਾ ਅ ਲੀਡਰ ਆਫ ਦ ਓਪੋਜੀਸ਼ਨ ਵਾਜ਼ ਰਿਕੋਗਨਾਈਜ਼ਡ ਫॉर ਦ ਫਸਟ ਟਾਈਮ ਇਨ 1969। ਇਹ ਜਮਾ ਸਹੀ ਪੁਆਇੰਟ ਆ। ਠੀਕ ਆ, ਤਾਂ ਦੂਸਰਾ ਤੇ ਇਹ ਤਾਂ ਹੁਣ ਦੋਨਾਂ ਦੇ ਵਿੱਚ ਹੀ ਆ ਗਿਆ। In the Lok Sabha, if a party does not have a minimum of 75 members, its leader cannot be recognized as the leader of the opposition। ਤਾਂ ਹੁਣ ਦੇਖੋ, ਜਿਹੜੀ opposition ਹੁੰਦੀ ਆ, opposition ਪਾਰਟੀ ਬਣਾਉਣ ਦੇ ਲਈ ਕੋਈ ਵੀ ਪਾਰਟੀ ਆ ਉਹਦੇ ਕੋਲ ਐਟਲੀਸਟ 10% ਟੋਟਲ ਸਟਰੈਂਥ ਜਿੰਨੀ ਹਾਊਸ ਦੀ ਆ ਉਹਦੇ ਚੋਂ 10% ਤਾਂ ਉਹਦੇ ਕੋਲੇ ਹੋਣਾ ਚਾਹੀਦਾ। ਜਿਵੇਂ ਕਿ ਆਪਣੇ 550 ਮੈਂਬਰ ਆ, ਤਾਂ ਇਹਦਾ 10% 10 ਵਟੇ ਲੱਗ ਕੇ ਆਪਾਂ ਦੇਖੀਏ ਤਾਂ ਮਤਲਬ ਕਿ 55 ਆਪਣਾ ਹਾਂ, ਇਹਦਾ ਆਪਣੇ ਕੋਲੇ ਆਊਗਾ 55 ਸੀਟਾਂ ਘੱਟੋ ਘੱਟ। ਆਪਣੇ ਕੋਲੇ 10% ਨਾਲ ਆਪਾਂ ਕੱਢਦੇ ਹਾਂ ਜਦੋਂ, ਤਾਂ ਉਹ 0 ਨਾਲ 0 ਕੈਂਸਲ ਕਰਕੇ ਤਾਂ 55 ਸੀਟਾਂ ਘੱਟੋ ਘੱਟ ਹੋਣੀਆਂ ਚਾਹੀਦੀਆਂ ਤਾਂ ਹੋ ਸਕਦਾ। ਓਕੇ, ਪਰ ਇਹਨਾਂ ਨੇ ਕਿਹਾ ਮਤਲਬ ਕਿ ਹੋਰ ਤਾਂ ਇਹਨਾਂ ਨੇ ਕੁਝ ਦੱਸਿਆ ਹੀ ਨਹੀਂ। ਤਾਂ ਦੂਸਰਾ ਪੁਆਇੰਟ ਬਿਲਕੁਲ ਕਰੈਕਟ ਆ, ਤੀਸਰੇ ਵਿੱਚ ਥੋੜਾ ਜਿਹਾ ਕਨਫਿਊਜ਼ਨ ਆ, ਤਾਂ ਕਰਕੇ ਇਹਦਾ ਜਿਹੜਾ ਕਰੈਕਟ ਆਨਸਰ ਸੀਗਾ ਉਹ ਦੂਸਰਾ ਆਪਸ਼ਨ ਬਿਲਕੁਲ ਇਹਦਾ ਕਰੈਕਟ ਆਨਸਰ ਸੀਗੀ। ਤਾਂ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ, ਕਿਉਂਕਿ ਘੱਟੋ ਘੱਟ ਆਪਾਂ ਨੂੰ 10% ਸੀਟਾਂ ਚਾਹੀਦੀਆਂ ਹੁੰਦੀਆਂ ਨੇ ਓਪੋਜੀਸ਼ਨ ਦੇ ਲਈ। 10ਵਾਂ ਕੁਐਸਚਨ ਦੇਖੋ,
ਫॉर ਇਲੈਕਸ਼ਨ ਟੂ ਦ ਲੋਕ ਸਭਾ ਔਰ ਨੋਮੀਨੇਸ਼ਨ ਪੇਪਰ ਕੈਨ ਬੀ ਫਾਈਲਡ ਬਾਈ। ਤਾਂ ਹੁਣ ਇਹਦੀਆਂ ਚਾਰ ਆਪਸ਼ਨਾਂ, ਐਨੀਵਨ ਰਿਜ਼ਾਈਡਿੰਗ ਇਨ ਇੰਡੀਆ, ਮਤਲਬ ਕਿ ਆਪਣੇ ਇੰਡੀਆ ਦੇ ਵਿੱਚ ਰਹਿੰਦਾ ਹੋਵੇ ਬੰਦਾ, ਆਪਣਾ ਇੱਥੇ ਰਹਿੰਦਾ ਗਾ ਇੰਡੀਆ ਦੇ ਵਿੱਚ, ਕੌਂਸਟੀਟੂਐਂਸੀ ਫਰੋਮ ਵਿਚ ਇਲੈਕਸ਼ਨ ਇਜ਼ ਟੂ ਬੀ ਕੰਟੈਸਟਡ, ਜਿੱਥੋਂ ਉਹਨੇ ਕੰਟੈਸਟ ਕਰਨਾ ਵੀ ਉੱਥੋਂ ਉਹਦਾ ਨਾਮ ਹੋਣਾ ਚਾਹੀਦਾ, ਐਨੀ ਸਿਟੀਜ਼ਨ ਆਫ ਇੰਡੀਆ, ਐਨੀ ਸਿਟੀਜ਼ਨ ਆਫ ਇੰਡੀਆ ਹੂਜ਼ ਨੇਮ ਅਪੀਅਰ ਇਨ ਦ ਇਲੈਕਟੋਰਲ ਰੋਲ ਇਨ ਅ ਕੌਂਸਟੀਟੂਐਂਸੀ। ਤਾਂ ਇਹਦੀਆਂ ਤੁਹਾਡੇ ਕੋਲ ਇਹ ਚਾਰ ਆਪਸ਼ਨਾਂ ਨੇ। ਇਹਨਾਂ ਦੇ ਵਿੱਚੋਂ ਜਿਹੜਾ 10ਵੇਂ ਦਾ ਕੋਈ ਵੀ ਕਰੈਕਟ ਆਨਸਰ ਹੋਊਗਾ ਉਹ ਤੁਸੀਂ ਕਮੈਂਟ ਕਰਕੇ ਸਭ ਨੇ ਜਵਾਬ ਜ਼ਰੂਰ ਦੇਣਾ। ਔਰ ਅਗਰ ਤੁਹਾਨੂੰ ਪਹਿਲਾਂ ਜਿਹੜੇ ਆਪਾਂ ਕੁਐਸਚਨ ਕੀਤੇ ਆ ਉਹਨਾਂ ਦੇ ਵਿੱਚੋਂ ਕਿਸੇ ਤਰ੍ਹਾਂ ਦਾ ਕੋਈ ਡਾਊਟ ਆ ਤਾਂ ਉਹ ਵੀ ਤੁਸੀਂ ਕਮੈਂਟ ਕਰਕੇ ਦੱਸ ਦਿਓ, ਜਾਂ ਫਿਰ ਟੈਲੀਗ੍ਰਾਮ 'ਤੇ ਜੁਆਇਨ ਹੋ ਸਕਦੇ ਹੋ ਤੁਸੀਂ, ਤਾਂ ਉਹਦੇ 'ਚ ਵੀ ਤੁਸੀਂ ਆਪਣਾ ਜਿਹੜਾ ਡਾਊਟ ਆ ਉਹ ਕਲੀਅਰ ਕਰ ਸਕਦੇ ਹੋ। ਤਾਂ ਆਹ ਤੁਹਾਡੇ ਕੁਐਸਚਨ ਸੀਗੇ, ਉਮੀਦ ਕਰਦਾ ਵੀ ਤੁਹਾਨੂੰ ਇੰਨੇ ਕੁ ਕੁਐਸਚਨ ਨੇ ਜਿਹੜੇ ਕਲੀਅਰ ਹੋ ਗਏ ਹੋਣਗੇ। ਬਾਕੀ ਜਿਨ੍ਹਾਂ ਨੂੰ PDF ਚਾਹੀਦਾ ਉਹ ਸਾਡਾ ਟੈਲੀਗ੍ਰਾਮ ਚੈਨਲ ਜੁਆਇਨ ਕਰ ਸਕਦੇ ਆ, ਉਹਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜੂਗਾ। ਬਾਕੀ ਜਿਨ੍ਹਾਂ ਨੇ ਹਾਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਰਿਕੁਐਸਟ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਔਰ ਬੈਲ ਨੋਟੀਫਿਕੇਸ਼ਨ ਔਨ ਕਰ ਲਿਓ, ਤਾਂ ਜੋ ਜਦ ਵੀ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤਾਂ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਤੁਰੰਤ ਪਹੁੰਚ ਸਕੇ। ਵੀਡੀਓ ਦੇਖਣ ਲਈ ਸਭ ਦਾ ਥੈਂਕ ਯੂ। ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰਨਾ ਨਾ ਭੁੱਲਣਾ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ।